हाँ जी स्टूडेंट्स, अज आप नैक्सट टॉपिक कर रहे हैं। टॉपिक का नेम है फैमिली असैसमेंट यानी परिवार निर्धारण। सो अज आप इस बारे गल करांगे। इस विच आप गल करांगे फैमिली असैसमेंट बारे दी, क्लीनिकल एग्जामिनेशन ऑफ ऑल फैमिली मैंबरस, एग्जामिनेशन ऑफ हाइट एंड वेट ऑफ ऑल मैंबरस, एग्जामिनेशन ऑफ हैड सर्कमफ्रांस एंड स्किन फोल्ड फॉर चिल्ड्रन, होमोग्लोबिन टेस्ट फॉर ऑल फैमिली मैंबरस एंड डाइट सर्वे। सो फस्ट स्टार्ट कर देंगे फैमिली असैसमेंट तो। फैमिली असैसमेंट यानी परिवारिक निर्धारण। इस विच की हैगा कहते खुराक दियां ਜ਼ਰੂਰਤਾਂ ਅਤੇ ਸਮੱਸਿਆਵਾਂ ਦਾ ਅਧਿਐਨ, ਕੱਦ, ਭਾਰ, ਖੁਰਾਕ ਦੀ ਮਾਤਰਾ, ਖੁਰਾਕ ਵਿੱਚ ਕੱਚੇ ਹਿੱਸਿਆਂ ਦੀ ਮਾਤਰਾ, ਨਿਰਮਿਤ ਹਿੱਸਿਆਂ ਦੀ ਮਾਤਰਾ, ਇੱਕ ਪਰਿਵਾਰ ਦੇ ਮੈਂਬਰਾਂ ਦੇ ਹੋਮੋਗਲੋਬਿਨ, ਉਹਨਾਂ ਬਾਰੇ ਚੇਤਨ ਅਤੇ ਲੋੜ ਅਨੁਸਾਰ ਦਿੱਤੀ ਸਲਾਹ ਨੂੰ ਪਰਿਵਾਰਿਕ ਮੁਲਾਂਕਣ ਭਾਵ ਫੈਮਿਲੀ ਅਸੈਸਮੈਂਟ ਕਿਹਾ ਜਾਂਦਾ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬੱਚਿਆਂ, ਬਾਲਗਾਂ, ਬਜ਼ੁਰਗਾਂ, ਔਰਤਾਂ ਆਦਿ ਸਮੇਤ ਹਰੇਕ ਦੀ ਸਿਹਤ ਅਤੇ ਖੁਰਾਕ ਦੀ ਮਾਤਰਾ ਪਰਿਵਾਰ 'ਤੇ ਨਿਰਭਰ ਕਰਦੀ ਹੈ, ਤਾਂ ਖੋਜ ਸੁਝਾਅ ਦਿੰਦੀ ਹੈ ਕਿ ਆਦਤਾਂ ਅਤੇ ਇੱਕ ਪਰਿਵਾਰ ਵਿੱਚ ਜੰਮੇ ਬੱਚੇ ਦਾ ਸਰੀਰਕ ਢਾਂਚਾ ਪਰਿਵਾਰ ਦੇ ਜੀਆਂ ਨਾਲੋਂ ਸਿਰਫ 20% ਤੱਕ ਵੱਖਰਾ ਹੋ ਸਕਦਾ ਹੈ, ਜਿਸ ਦਾ ਮਤਲਬ ਹੈ ਕਿ 80% ਆਦਤਾਂ ਅਤੇ ਸਰੀਰਕ ਢਾਂਚਾ ਪਰਿਵਾਰਿਕ ਮੈਂਬਰਾਂ ਨਾਲ ਮੇਲ ਖਾਂਦਾ ਹੈ। ਜੇਕਰ ਕਿਸੇ ਪਰਿਵਾਰ ਦੇ ਜੀਅ ਨੂੰ ਪੁਰਾਣੀ ਬਿਮਾਰੀ ਹੈ ਤਾਂ ਇਸ ਦੇ 80 ਸੰਭਾਵਿਤ ਯਾਨੀ 80% ਸੰਭਾਵਨਾਵਾਂ ਹਨ ਕਿ ਉਸ ਪਰਿਵਾਰ ਵਿੱਚ ਪੈਦਾ ਹੋਇਆ ਬੱਚਾ ਉਸ ਬਿਮਾਰੀ ਤੋਂ ਪੀੜਤ ਹੋਵੇਗਾ। ਇਸ ਲਈ ਖੁਰਾਕ ਸੰਬੰਧੀ ਯੋਜਨਾਬੰਦੀ ਦੇ ਮੁਲਾਂਕਣ ਅਤੇ ਪੌਸ਼ਟਿਕ ਤੱਤਾਂ ਦੇ ਮੁਲਾਂਕਣ ਲਈ ਪਰਿਵਾਰਿਕ ਮੁਲਾਂਕਣ ਦੀ ਲੋੜ ਹੁੰਦੀ ਹੈ। ਪਰਿਵਾਰਿਕ ਮੁਲਾਂਕਣ ਦੇ ਤਹਿਤ ਹੇਠ ਲਿਖੇ ਬਿੰਦੂਆਂ ਦੀ ਪੜਤਾਲ ਕੀਤੀ ਜਾਂਦੀ ਹੈ। ਪਹਿਲਾਂ ਗੱਲ ਕਰਦੇ ਹਾਂ ਕਲੀਨਿਕਲ ਐਗਜ਼ਾਮੀਨੇਸ਼ਨ ਆਫ ਆਲ ਫੈਮਿਲੀ ਮੈਂਬਰ, ਸਾਰੇ ਪਰਿਵਾਰਿਕ ਮੈਂਬਰਾਂ ਦੀ ਕਲੀਨਿਕਲ ਜਾਂਚ। ਇਹ ਜਾਂਚ ਜ਼ਰੂਰੀ ਹੁੰਦੀ ਹੈ ਅਤੇ ਕਰਵਾਉਣੀ ਵੀ ਚਾਹੀਦੀ ਹੈ, ਜਿਸ ਵਿੱਚ ਪਰਿਵਾਰਿਕ ਮੈਂਬਰਾਂ ਦੀ ਸਿਹਤ ਜਾਂਚ ਸ਼ਾਮਲ ਹੁੰਦੀ ਹੈ। ਉਹ ਕਿਸੇ ਬਿਮਾਰੀਆਂ ਦੇ ਲੱਛਣਾਂ ਦੀ ਜਾਂਚ ਕਰਦੇ ਹਨ। ਜੇ ਕਿਸੇ ਮੈਂਬਰ ਵਿੱਚ ਅਜਿਹਾ ਲੱਛਣ ਪਾਇਆ ਜਾਂਦਾ ਹੈ ਤਾਂ ਸਮੇਂ ਸਿਰ ਉਸ ਦਾ ਇਲਾਜ ਸੰਭਵ ਹੋ ਜਾਂਦਾ ਹੈ। ਛੂਤ ਦੀਆਂ ਬਿਮਾਰੀਆਂ ਦੀ ਸਥਿਤੀ ਵਿੱਚ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਆਪਣਾ ਭੋਜਨ ਵੰਡਣ ਅਤੇ ਉਸਦੇ ਬਿਸਤਰੇ 'ਤੇ ਸੌਣ, ਉਸਦੀ ਦੇਖਭਾਲ ਕਰਨ ਵੇਲੇ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦੇ ਕੇ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਪਰਿਵਾਰ ਦੀ ਮੈਡੀਕਲ ਜਾਂਚ ਦੇ ਦੌਰਾਨ ਪਰਿਵਾਰ ਦੇ ਸਿਹਤ ਇਤਿਹਾਸ ਦੀ ਵੀ ਜਾਂਚ ਕੀਤੀ ਜਾਂਦੀ ਹੈ। ਫੋਰ ਐਗਜ਼ਾਮਪਲ, ਜੇਕਰ ਕਿਸੇ ਪੂਰਵਜ ਕਿਸੇ ਬਿਮਾਰੀ ਤੋਂ ਗ੍ਰਸਤ ਸਨ, ਜੇਕਰ ਹਾਂ ਤਾਂ ਮੌਜੂਦਾ ਪੀੜ੍ਹੀ ਦੇ ਪਰਿਵਾਰਕ ਮੈਂਬਰ ਵੀ ਇਸ ਬਿਮਾਰੀ ਦੇ ਦੁਹਰਾਉਣ ਦੀਆਂ ਸੰਭਾਵਨਾਵਾਂ ਹਨ। ਉਦਾਹਰਨ ਲਈ, ਜੇਕਰ ਇੱਕ ਪਰਿਵਾਰ ਵਿੱਚ ਸ਼ੂਗਰ ਹੈ ਤਾਂ ਸ਼ਾਇਦ ਪਰਿਵਾਰ ਦੇ ਬਹੁਤੇ ਮੈਂਬਰ ਇਸ ਤੋਂ ਪੀੜਤ ਹੋ ਸਕਦੇ ਹਨ। ਹੁਣ ਸੈਕਿੰਡ ਗੱਲ ਕਰਦੇ ਹਾਂ ਆਪਾਂ ਐਗਜ਼ਾਮੀਨੇਸ਼ਨ ਆਫ ਹਾਈਟ ਐਂਡ ਵੇਟ ਆਫ ਆਲ ਮੈਂਬਰਸ। ਕਹਿੰਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਭਾਰ ਅਤੇ ਉਚਾਈ ਦੀ ਜਾਂਚ। ਸਾਰੇ ਪਰਿਵਾਰਕ ਮੈਂਬਰਾਂ ਦੇ ਵਿਕਾਸ ਨੂੰ ਉਹਨਾਂ ਦੀ ਉਚਾਈ ਅਤੇ ਭਾਰ ਦੁਆਰਾ ਮਾਪਿਆ ਜਾਂਦਾ ਹੈ। ਜੇਕਰ ਕਿਸੇ ਪਰਿਵਾਰ ਦੇ ਮੈਂਬਰਾਂ ਦੀ ਉਚਾਈ ਅਤੇ ਭਾਰ ਉਹਨਾਂ ਦੀ ਉਮਰ ਦੇ ਅਨੁਸਾਰ ਢੁਕਵਾਂ ਹੈ ਤਾਂ ਇਸ ਦਾ ਅਰਥ ਹੈ ਉਸ ਪਰਿਵਾਰ ਵਿੱਚ ਖੁਰਾਕ ਦੀ ਮਾਤਰਾ ਅਤੇ ਪੌਸ਼ਟਿਕ ਤੱਤ ਕਾਫੀ ਹਨ। ਪਰ ਜੇਕਰ ਪਰਿਵਾਰ ਦਾ ਨੰਬਰ ਘੱਟ ਹੈ ਤਾਂ ਇਸ ਦਾ ਅਰਥ ਹੈ ਪਰਿਵਾਰ ਨੂੰ ਕੁਪੋਸ਼ਣ ਦੀ ਸਮੱਸਿਆ ਹੈ ਅਤੇ ਪਰਿਵਾਰਿਕ ਮੈਂਬਰ ਆਪਣੀ
ਖੁਰਾਕ ਨੂੰ ਸਹੀ ਢੰਗ ਨਾਲ ਲੈਣ ਦੀ ਉਹਨਾਂ ਨੂੰ ਜ਼ਰੂਰਤ ਹੈ। ਜੇਕਰ ਪਰਿਵਾਰ ਦੇ ਮੈਂਬਰ ਮੋਟਾਪਾ ਹਾਈਪਰਟੈਂਸ਼ਨ ਤੋਂ ਪੀੜਤ ਹਨ ਤਾਂ ਉਸ ਪਰਿਵਾਰ ਵਿੱਚ ਖੁਰਾਕ ਦੀ ਮਾਤਰਾ ਸੰਤੁਲਿਤ ਨਹੀਂ ਹੈ। ਉਸ ਪਰਿਵਾਰ ਦੀ ਖੁਰਾਕ ਵਿੱਚੋਂ ਕਾਰਬੋਹਾਈਡਰੇਟ ਚਿਕਨਾਈ ਨਮਕ ਦੀ ਮਾਤਰਾ ਘਟਾਉਣ ਦੀ ਲੋੜ ਹੁੰਦੀ ਹੈ। ਉਸ ਪਰਿਵਾਰ ਦੇ ਮੈਂਬਰਾਂ ਨੂੰ ਕਸਰਤ ਕਰਨ ਜਾਂ ਕੁਝ ਹੋਰ ਸਰੀਰਕ ਗਤੀਵਿਧੀਆਂ ਕਰਨ ਦੀ ਸਲਾਹ ਦਿੱਤੀ ਜਾ ਸਕਦੀ ਹੈ। ਬੱਚੇ ਲਈ ਉਮਰ ਦੇ ਨਾਲ ਲੰਬਾ ਹੋਣਾ ਸੁਭਾਵਿਕ ਹੈ, ਪਰ ਜੇ ਉਚਾਈ ਦਾ ਵਾਧਾ ਬਹੁਤ ਜ਼ਿਆਦਾ ਹੈ ਤਾਂ ਪਰਿਵਾਰਕ ਮੈਂਬਰਾਂ ਦੀ ਉਚਾਈ ਐਵਰੇਜ ਹੈ ਤਾਂ ਉਸ ਬੱਚੇ ਦੀ ਡਾਕਟਰੀ ਜਾਂਚ ਜ਼ਰੂਰੀ ਹੈ, ਕਿਉਂਕਿ ਜ਼ਿਆਦਾ ਉਚਾਈ ਤੋਂ ਇਹ ਸੰਕੇਤ ਮਿਲਦਾ ਹੈ ਕਿ ਬੱਚਾ ਵਿੱਚ ਬਹੁਤ ਜ਼ਿਆਦਾ ਹਾਰਮੋਨਸ ਹਾਈਪਰਥਾਇਰਾਇਡਜ਼ਮ ਮਾਰਫਨ ਸਿੰਡਰੋਮ ਹੀਮੋਸਾਈਨੂਰੀਆ ਆਦਿ ਤੋਂ ਪੀੜਤ ਹੋ ਸਕਦੇ ਹਨ। ਜੇ ਪਰਿਵਾਰ ਦੇ ਮੈਂਬਰਾਂ ਦੀ ਉਚਾਈ ਐਵਰੇਜ ਹੈ ਅਤੇ ਬੱਚੇ ਦੀ ਉਚਾਈ ਘੱਟ ਹੈ ਤਦ ਉਹ ਬੱਚਾ ਕੰਪੋਸ਼ਣ ਦੀਰਘ ਅਨੀਮੀਆ ਕ੍ਰੋਮੋਸੋਮਲ ਵਿਕਾਰ ਪ੍ਰਮੁੱਖ ਅੰਗ ਪ੍ਰਣਾਲੀ ਦੀ ਅਸਫਲਤਾ ਰਿਕਟਸ ਮਨੋਵਿਗਿਆਨਕ ਕਮੀ ਆਦਿ ਤੋਂ ਪੀੜਤ ਹੋ ਸਕਦਾ ਹੈ। ਥਰਡ ਗੱਲ ਕਰਦੇ ਹਾਂ ਆਪਾਂ ਐਗਜ਼ਾਮੀਨੇਸ਼ਨ ਆਫ ਹੈਡ ਸਰਕਮਫਰੰਸ ਐਂਡ ਸਕਿਨ ਫੋਲਡ ਫॉर ਚਿਲਡਰਨ। ਜੇਕਰ ਇੱਕ ਬੱਚੇ ਦਾ ਸਿਰ ਉਸਦੀ ਉਚਾਈ ਅਤੇ ਭਾਰ ਦੇ ਅਨੁਪਾਤ ਵਿੱਚ ਵਧੇਰੇ ਵੱਧਦਾ ਹੈ ਤਾਂ ਬੱਚੇ ਦੀ ਡਾਕਟਰੀ ਜਾਂਚ ਜ਼ਰੂਰੀ ਹੈ, ਕਿਉਂਕਿ ਬੱਚੇ ਦੇ ਸਿਰ ਦਾ ਘੇਰਾ ਅੰਦਰ ਮੌਜੂਦ ਵਿਗਾੜ ਦਾ ਸੰਕੇਤ ਹੈ। ਬੱਚਾ ਸਰੀਰਕ ਵਿਕਾਸ ਤੋਂ ਪੀੜਤ ਹੋ ਸਕਦਾ ਹੈ, ਜਿਵੇਂ ਕਿ ਬਲੀਜ਼ਿੰਗ ਫੌਂਟੋਨੇਲ ਜਾਂ ਸਪਲਿਟ ਸਾਊਚਰਚ ਤੰਤੂ ਵਿਗਿਆਨਕ ਅਸਧਾਰਨਾਵਾਂ ਜਾਂ ਵਿਕਾਸ ਦੀ ਸਥਿਤੀ ਵਿੱਚ ਦੇਰੀ, ਕਿਉਂਕਿ ਕੁਝ ਬੱਚਿਆਂ ਦੇ ਸਿਰ ਉਹਨਾਂ ਦੇ ਸਰੀਰ ਦੀ ਉਚਾਈ ਅਤੇ ਭਾਰ ਦੇ ਅਨੁਪਾਤ ਵਿੱਚ ਵੱਡੇ ਹੁੰਦੇ ਹਨ ਅਤੇ ਉਹਨਾਂ ਵਿੱਚ ਕੋਈ ਵਿਕਾਰ ਨਜ਼ਰ ਨਹੀਂ ਆਉਂਦਾ। ਉਹ ਆਮ ਬੱਚਿਆਂ ਵਾਂਗ ਆਰਾਮਦਾਇਕ ਅਤੇ ਸਿਹਤਮੰਦ ਜ਼ਿੰਦਗੀ ਜਿਉਂਦੇ ਹਨ, ਪਰ ਇਹ ਸਥਿਤੀਆਂ ਕੁਝ ਖਾਸ ਅਪਾਹਿਜ ਹਾਲਤਾਂ ਵਿੱਚ ਲਾਗੂ ਹੁੰਦੀਆਂ ਹਨ, ਜਿਵੇਂ ਕਿ ਬੱਚੇ ਦੇ ਪਰਿਵਾਰ ਦੇ ਸਿਰ ਵੱਡੇ ਹੁੰਦੇ ਹਨ ਜਾਂ ਬੱਚੇ ਦੇ ਸਿਰ ਜਨਮ ਨਾਲ ਵੱਡਾ ਹੁੰਦਾ ਹੈ। ਆਮ ਤੌਰ 'ਤੇ ਬੱਚੇ ਦੇ ਸਿਰ ਦੇ ਵੱਡੇ ਚੱਕਰ ਨੂੰ ਵਿਕਾਰ ਦਾ ਲੱਛਣ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਜੇ ਇੱਕ ਬੱਚੇ ਦਾ ਸਿਰ ਉਸਦੀ ਉਚਾਈ ਅਤੇ ਭਾਰ ਦੇ ਅਨੁਪਾਤ ਵਿੱਚ ਨਹੀਂ ਵੱਧਦਾ ਤਾਂ ਸਰੀਰਕ ਵਿਗਾੜ ਘਾਤਕ ਬਿਮਾਰੀਆਂ ਦੇ ਲੱਛਣਾਂ ਨੂੰ ਦਰਸਾਉਂਦਾ ਹੈ। ਅਜਿਹੀ ਸਥਿਤੀ ਵਿੱਚ ਬੱਚੇ ਨੂੰ ਤੁਰੰਤ ਡਾਕਟਰੀ ਇਲਾਜ ਦੀ ਜ਼ਰੂਰਤ ਹੁੰਦੀ ਹੈ। ਸਰੀਰ ਵਿੱਚ ਮੌਜੂਦ ਚਮੜੀ ਦੀ ਮਾਤਰਾ ਪਰਿਵਾਰਿਕ ਮੈਂਬਰਾਂ ਦੀ ਚਮੜੀ ਦੇ ਫੋਲਡ ਨੂੰ ਨਾਪ ਕੇ ਲਈ ਜਾ ਸਕਦੀ ਹੈ। ਜੇ ਚਮੜੀ ਮੋਟੀ ਹੁੰਦੀ ਹੈ ਤਾਂ ਸਪਸ਼ਟ ਤੌਰ 'ਤੇ ਖੁਰਾਕ ਵਿੱਚ ਚਰਬੀ ਦੀ ਮਾਤਰਾ ਵਧੇਰੇ ਹੈ ਅਤੇ ਚਰਬੀ ਨੂੰ ਘਟਾਉਣ ਦੀ ਜ਼ਰੂਰਤ ਹੈ। ਜੇਕਰ ਚਮੜੀ ਨਰਮ ਅਤੇ ਗਿੱਲੀ ਹੁੰਦੀ ਹੈ ਤਾਂ ਚਰਬੀ ਦੀ ਮਾਤਰਾ ਸੰਤੁਲਿਤ ਹੁੰਦੀ ਹੈ ਅਤੇ ਜੇ ਚਮੜੀ ਬਹੁਤ ਪਤਲੀ ਅਤੇ ਬੇਜਾਨ ਹੈ ਤਾਂ ਖੁਰਾਕ ਵਿੱਚ ਚਰਬੀ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਹੋਮੋਗਲੋਬਿਨ ਟੈਸਟ ਫॉर ਆਲ ਫੈਮਿਲੀ ਮੈਂਬਰਸ। ਕਹਿੰਦੇ ਹੋਮੋਗਲੋਬਿਨ ਟੈਸਟ ਸਾਰੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਹੋਮੋਗਲੋਬਿਨ ਦੇ ਪੱਧਰਾਂ ਅਤੇ ਖੂਨ ਦੇ ਸਮੂਹਾਂ ਦਾ ਪਤਾ ਲਗਾਉਣ ਲਈ ਖੂਨ ਦੀ ਜਾਂਚ ਕੀਤੀ ਜਾਂਦੀ ਹੈ। ਹੋਮੋਗਲੋਬਿਨ ਖੂਨ ਦੇ ਲਾਲ ਸੈੱਲਾਂ ਵਿੱਚ ਮੌਜੂਦ ਇੱਕ ਪ੍ਰੋਟੀਨ ਹੁੰਦਾ ਹੈ ਜੋ ਆਕਸੀਜਨ ਅਤੇ ਹੋਰ ਪਦਾਰਥਾਂ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਾਉਣ ਦਾ ਕੰਮ ਕਰਦਾ ਹੈ। ਉੱਚ ਪੱਧਰ ਦਾ ਅਤੇ ਉਚਿਤ ਕਿਸਮ ਦਾ ਹੋਮੋਗਲੋਬਿਨ ਸਰੀਰ ਵਿੱਚ ਆਕਸੀਜਨ ਅਤੇ ਹੋਰ ਪਦਾਰਥਾਂ ਦੀ ਸਪਲਾਈ ਦਾ ਸਹੀ ਤਾਲਮੇਲ ਯਕੀਨੀ ਬਣਾਉਂਦਾ ਹੈ।
ਹਾਲਾਂਕਿ ਇਸ ਦਾ ਘੱਟ ਪੱਧਰ ਅਤੇ ਅਣਉਚਿਤ ਕਿਸਮ ਸਰੀਰ ਵਿੱਚ ਵਿਕਾਰ ਦਾ ਕਾਰਨ ਬਣਦੀ ਹੈ। ਹੋਮੋਗਲੋਬਿਨ ਦੀਆਂ ਕਿਸਮਾਂ। ਇਸ ਦੀਆਂ ਕਿਸਮਾਂ ਹੇਠ ਲਿਖੀਆਂ ਹਨ। ਫਸਟ, ਹੋਮੋਗਲੋਬਿਨ 1। ਇਸ ਕਿਸਮ ਦਾ ਹੋਮੋਗਲੋਬਿਨ ਵੱਧ ਰਹੇ ਭਰੂਣ ਅਤੇ ਬੱਚੇ ਵਿੱਚ ਪਾਇਆ ਜਾਂਦਾ ਹੈ। ਬਾਅਦ ਵਿੱਚ ਇਸ ਤੋਂ ਬਾਅਦ ਹੋਮੋਗਲੋਬਿਨ A ਵਿੱਚ ਬਦਲ ਜਾਂਦਾ ਹੈ। ਸੈਕਿੰਡ, ਹੋਮੋਗਲੋਬਿਨ A। ਇਸ ਕਿਸਮ ਦਾ ਹੋਮੋਗਲੋਬਿਨ ਤੰਦਰੁਸਤੀ ਦਾ ਪ੍ਰਤੀਕ ਹੁੰਦਾ ਹੈ। ਉਹਨਾਂ ਬੱਚਿਆਂ ਅਤੇ ਬਾਲਗਾਂ ਨੂੰ ਸਿਹਤਮੰਦ ਦੱਸਿਆ ਜਾਂਦਾ ਹੈ ਜਿਨ੍ਹਾਂ ਵਿੱਚ ਹੋਮੋਗਲੋਬਿਨ A ਪਾਇਆ ਜਾਂਦਾ ਹੈ। ਥਰਡ, ਹੋਮੋਗਲੋਬਿਨ C, D, E, M, S। ਹੋਮੋਗਲੋਬਿਨ ਅਸਾਧਾਰਨ ਹੋਮੋਗਲੋਬਿਨ ਦੀਆਂ ਸ਼੍ਰੇਣੀਆਂ ਵਿੱਚ ਆਉਂਦੇ ਹਨ। ਜੇ ਕਿਸੇ ਵਿਅਕਤੀ ਵਿੱਚ ਇਸ ਤਰ੍ਹਾਂ ਦੀਆਂ ਹੋਮੋਗਲੋਬਿਨ ਪਾਏ ਜਾਂਦੇ ਹਨ ਤਾਂ ਉਸ ਨੂੰ ਬਿਮਾਰ ਮੰਨਿਆ ਜਾਂਦਾ ਹੈ। ਜੇਕਰ ਵਿਅਕਤੀ ਵਿੱਚ ਹੋਮੋਗਲੋਬਿਨ ਦਾ ਪੱਧਰ ਘੱਟ ਹੈ ਤਾਂ ਉਹ ਅਨੀਮੀਆ ਦਾ ਸ਼ਿਕਾਰ ਹੋ ਸਕਦਾ ਹੈ। ਉਸਦੇ ਰੈੱਡ ਸੈੱਲ ਕਠੋਰ ਹੋ ਜਾਂਦੇ ਹਨ ਅਤੇ ਖੂਨ ਦੀਆਂ ਨਾੜੀਆਂ ਵਿੱਚ ਰੁਕਾਵਟ ਹੋਣ ਕਾਰਨ ਸਰੀਰ ਵਿੱਚ ਖੂਨ ਦਾ ਗੇੜ ਰੁਕ ਜਾਂਦਾ ਹੈ। ਅਸਾਧਾਰਨ ਹੋਮੋਗਲੋਬਿਨ ਉਤਪਾਦਨ ਕਿਸੇ ਵਿਅਕਤੀ ਵਿੱਚ ਥੈਲੇਸੀਮੀਆ ਦਾ ਕਾਰਨ ਹੋ ਸਕਦਾ ਹੈ। ਇਸ ਬਿਮਾਰੀ ਵਿੱਚ ਹੋਮੋਗਲੋਬਿਨ A ਦਾ ਪੱਧਰ ਘੱਟ ਜਾਂਦਾ ਹੈ ਅਤੇ ਹੋਰ ਅਸਾਧਾਰਨ ਕਿਸਮਾਂ ਦੇ ਹੋਮੋਗਲੋਬਿਨ ਜਾਣੀ C, D, E, M, S ਦੇ ਪੱਧਰ ਵੱਧ ਜਾਂਦੇ ਹਨ। ਹੋਮੋਗਲੋਬਿਨ ਦੀਆਂ ਕਿਸਮਾਂ ਦੀ ਆਮ ਮਾਤਰਾ ਅਲੱਗ ਅਲੱਗ ਹੁੰਦੀ ਹੈ, ਜਿਵੇਂ ਹੋਮੋਗਲੋਬਿਨ F ਨਵਜੰਮੇ ਬੱਚਿਆਂ ਵਿੱਚ 50 ਤੋਂ 80%, ਹੋਮੋਗਲੋਬਿਨ F 6 ਮਹੀਨਿਆਂ ਦੇ ਬੱਚਿਆਂ ਵਿੱਚ 8%, ਹੋਮੋਗਲੋਬਿਨ F ਬੱਚਿਆਂ ਇਨਫੈਂਟਸ ਤੋਂ ਉੱਪਰ 6 ਮਹੀਨਿਆਂ ਤੋਂ ਉੱਪਰਲੇ ਬੱਚਿਆਂ ਨੂੰ ਇਹਨਾਂ ਵਿੱਚ 0.8 + 2%। ਅਡਲਟ ਬਾਲਗਾਂ ਵਿੱਚ ਹੋਮੋਗਲੋਬਿਨ A ਦਾ ਪੱਧਰ 95 ਤੋਂ 98%, ਹੋਮੋਗਲੋਬਿਨ A2 ਦਾ 2 ਤੋਂ 3%, ਹੋਮੋਗਲੋਬਿਨ F 0.8 ਤੋਂ 2%, ਹੋਮੋਗਲੋਬਿਨ C, D, E, M 0% ਹੁੰਦਾ ਹੈ। ਜੇ ਹੋਮੋਗਲੋਬਿਨ LED ਟੈਸਟ ਵਿਚਲੀ ਹੋਮੋਗਲੋਬਿਨ ਕਿਸਮ ਦੇ ਪੱਧਰਾਂ ਨੂੰ ਉੱਪਰ ਦੱਸੇ ਅਨੁਸਾਰ ਪਾਇਆ ਜਾਂਦਾ ਹੈ ਤਾਂ ਉਹ ਵਿਅਕਤੀ ਰਿਸ਼ਤੇਦਾਰਾਂ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ। ਅਤੇ ਜੇਕਰ ਹੋਰ ਅਸਾਧਾਰਨ ਅਤੇ ਹੋਮੋਗਲੋਬਿਨ ਦਾ ਪੱਧਰ ਉਦਾਹਰਨ ਲਈ ਜੇਕਰ ਹੋਮੋਗਲੋਬਿਨ C, D ਦੀ ਮਾਤਰਾ ਦਰਸਾਉਂਦਾ ਹੈ, ਜਿਵੇਂ 0.3 ਤੋਂ 0.10%, ਭਾਵ ਜ਼ਰੂਰਤ ਤੋਂ ਵੱਧ ਹੈ, ਫਿਰ ਉਸ ਵਿਅਕਤੀ ਨੂੰ ਬਿਮਾਰ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦੇ ਵਿਅਕਤੀ ਨੂੰ ਤੁਰੰਤ ਡਾਕਟਰੀ ਇਲਾਜ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਗੱਲ ਆਉਂਦੀ ਹੈ ਡਾਈਟ ਸਰਵੇ ਜਾਣੀ ਖੁਰਾਕ ਨਿਰੀਖਣ। ਖੁਰਾਕ ਸਰਵੇਖਣ ਦੇ ਤਹਿਤ ਇਹ ਨਿਰਧਾਰਤ ਕੀਤਾ ਜਾਂਦਾ ਹੈ ਕਿ ਇੱਕ ਪਰਿਵਾਰ ਵਿੱਚ ਕਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਪਰਿਵਾਰ ਮੁਲਾਂਕਣ ਟੀਮ ਘਰ ਘਰ ਜਾ ਕੇ ਜਾਂਚ ਕਰਦੀ ਹੈ ਕਿ ਕਿੰਨੀ ਅਤੇ ਕਿਸ ਕਿਸਮ ਦੀ ਖੁਰਾਕ ਲਈ ਜਾ ਰਹੀ ਹੈ। ਇੱਕ ਪਰਿਵਾਰ ਵਿੱਚ ਭਾਵ ਪਰਿਵਾਰ ਦੇ ਖੁਰਾਕ ਵਿੱਚ ਕਿੰਨੇ ਪੌਸ਼ਟਿਕ ਤੱਤ ਹੁੰਦੇ ਹਨ ਅਤੇ ਉਹਨਾਂ ਦੀ ਮਾਤਰਾ ਕੀ ਹੈ। ਖੁਰਾਕ ਕਿਵੇਂ ਲਈ ਜਾ ਰਹੀ ਹੈ, ਭਾਵ ਇਸ ਨੂੰ ਕੱਚਾ ਖਾਧਾ ਜਾ ਰਿਹਾ ਜਾਂ ਪਕਾ ਕੇ। ਖਾਣਾ ਪਕਾਉਣ ਦੇ ਢੰਗ ਦੀ ਵੀ ਜਾਂਚ ਕੀਤੀ ਜਾਂਦੀ ਹੈ। ਪਰਿਵਾਰ ਦੀ ਖੁਰਾਕ ਦੀ ਜਾਂਚ ਕਰਦੇ ਸਮੇਂ ਜਾਂਚਕਰਤਾ ਉਸ ਪਰਿਵਾਰ ਲਈ 24 ਘੰਟੇ ਜਾਂ 7 ਦਿਨਾਂ ਦੀ ਮਿਆਦ ਲਈ ਭੋਜਨ ਦੀ ਜਾਣਕਾਰੀ ਇਕੱਤਰ ਕਰ ਸਕਦਾ ਹੈ। ਇਸ ਵਿੱਚ ਹੇਠ ਲਿਖੀਆਂ ਗੱਲਾਂ ਸ਼ਾਮਲ ਹੁੰਦੀਆਂ ਹਨ। ਫਸਟ, ਮੈਂਬਰਾਂ ਦੀ ਗਿਣਤੀ ਅਤੇ ਉਹਨਾਂ ਦੀ ਖੁਰਾਕ ਦੀ ਮਾਤਰਾ। ਸੈਕਿੰਡ, ਖੁਰਾਕ ਦੀ ਕਿਸਮ, ਭਾਵ ਚਾਹੇ ਉਹ ਤਾਜ਼ੀ ਖੁਰਾਕ ਹੋਵੇ ਜਾਂ ਬਾਸੀ ਫਲਾਂ, ਘੱਟ ਗ੍ਰੇਡ ਦੀਆਂ ਸਬਜ਼ੀਆਂ, ਮਿਲਾਵਟ ਵਾਲੀਆਂ ਦਾਲਾਂ ਆਦਿ। ਥਰਡ, ਪਕਾਉਣ ਦਾ ਤਰੀਕਾ। ਫੋਰਥ,
ਇੱਕ ਐਗਜ਼ਾਮੀਨਰ ਜਾਨੀ ਇੱਕ ਵਿਸ਼ੇਸ਼ਕ ਖੁਰਾਕ ਅਤੇ ਉਹਨਾਂ ਦੀ ਮਾਤਰਾ ਆਦਿ ਵਿੱਚ ਪੌਸ਼ਟਿਕ ਤੱਤਾਂ ਬਾਰੇ ਜਾਣਕਾਰੀ ਇਕੱਤਰ ਕਰਦਾ ਹੈ। ਹਰੇਕ ਮੈਂਬਰ ਦੀ ਖੁਰਾਕ ਦੀ ਮਾਤਰਾ ਪਰਿਵਾਰ ਦੀ ਖੁਰਾਕ ਸਰਵੇਖਣ ਦੇ ਤਹਿਤ ਵੇਖੀ ਜਾਂਦੀ ਹੈ, ਕਿਉਂਕਿ ਭਾਰਤੀ ਪਰਿਵਾਰਾਂ ਵਿੱਚ ਔਰਤਾਂ ਆਪਣੀ ਖੁਰਾਕ ਦੀ ਜ਼ਰੂਰਤਾਂ ਦਾ ਸਹੀ ਤਰੀਕੇ ਨਾਲ ਖਿਆਲ ਨਹੀਂ ਰੱਖਦੀਆਂ ਅਤੇ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਕੁਝ ਪਰਿਵਾਰਾਂ ਵਿੱਚ ਮੁੰਡਿਆਂ ਅਤੇ ਕੁੜੀਆਂ ਵਿੱਚ ਵੀ ਵਿਤਕਰਾ ਕੀਤਾ ਹੁੰਦਾ ਹੈ ਅਤੇ ਲੜਕੀ ਨੂੰ ਪੌਸ਼ਟਿਕ ਖੁਰਾਕ ਨਹੀਂ ਮਿਲਦੀ। ਕੁਝ ਘਰਾਂ ਵਿੱਚ ਬਜ਼ੁਰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਸਹੀ ਖੁਰਾਕ ਨਹੀਂ ਦਿੱਤੀ ਜਾਂਦੀ। ਅਜਿਹੀ ਸਥਿਤੀ ਵਿੱਚ ਪਰਿਵਾਰਿਕ ਮੁਲਾਂਕਣ ਲਈ ਪਰਿਵਾਰ ਦੇ ਹਰੇਕ ਮੈਂਬਰ ਦੀ ਖੁਰਾਕ ਦੀ ਮਾਤਰਾ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਸੋ ਸਟੂਡੈਂਟਸ, ਇਹ ਸੀ ਤੁਹਾਡਾ ਅੱਜ ਦਾ ਟੌਪਿਕ ਫੈਮਿਲੀ ਅਸੈਸਮੈਂਟ। ਥੈਂਕ ਯੂ।